ਮੇਰਾ ਨਾਮ ਸ਼ੋਭਾ ਹੈ। 25 ਸਾਲ ਦੀ ਹੋਣ ਵਾਲੀ ਸੀ, ਪਰ ਮੇਰਾ ਰਿਸ਼ਤਾ ਨਹੀਂ ਸੀ ਹੋ ਰਿਹਾ। ਜਦੋਂ ਵੀ ਰਿਸ਼ਤੇ ਵਾਲੇ ਆਉਂਦੇ ਤਾਂ ਮੇਰਾ ਭਾਰ ਦੇਖ ਕੇ ਮੈਨੂੰ ਨਾਪਸੰਦ ਕਰ ਦਿੰਦੇ। ਅੱਜ ਫਿਰ ਰਿਸ਼ਤੇ ਵਾਲਿਆਂ ਨੇ ਦੇਖਣ ਆਉਣਾ ਸੀ। ਮੈਂ ਮਹਿਮਾਨਾਂ ਦੇ ਸਾਹਮਣੇ ਜਾਣ ਲਈ ਤਿਆਰ ਹੋ ਰਹੀ ਸੀ ਜਦੋਂ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਕੋਈ ਦੇਖ ਰਿਹਾ ਹੈ। ਮੈਂ ਜਲਦੀ ਨਾਲ ਇੱਧਰ-ਉੱਧਰ ਦੇਖਿਆ ਤਾਂ ਮੈਨੂੰ ਕੋਈ ਵੀ ਦਿਖਾਈ ਨਹੀਂ ਦਿੱਤਾ। ਮੈਂ ਫਿਰ ਬਿਜੀ ਹੋ ਗਈ, ਪਰ ਮੈਨੂੰ ਅਜਿਹਾ ਕਿਉਂ ਲੱਗ ਰਿਹਾ ਸੀ ਕਿ ਕੋਈ ਮੇਰੀ ਹਰ ਹਰਕਤ 'ਤੇ ਨਜ਼ਰ ਰੱਖ ਰਿਹਾ ਹੈ। ਇਸ ਵਾਰ ਮੈਂ ਅੱਗੇ ਹੋ ਕੇ ਆਪਣੇ ਕਮਰੇ ਵਿੱਚ ਚਲੀ ਗਈ ਤੇ ਆਪਣੀ ਖਿੜਕੀ ਦੇ ਸਾਹਮਣੇ ਖੜੀ ਹੋ ਗਈ। ਤਦ ਮੈਂ ਦੋ ਪਰਛਾਵਿਆਂ ਨੂੰ ਭੱਜਦੇ ਹੋਏ ਦੇਖਿਆ, ਪਰ ਉੱਥੇ ਕੌਣ ਹੈ ਮੈਨੂੰ ਦਿਖਾਈ ਨਹੀਂ ਦਿੱਤਾ। ਪਰ ਪੂਰੇ ਸਰੀਰ ਵਿੱਚ ਇੱਕ ਸਨਸਨੀ ਦੀ ਲਹਿਰ ਦੌੜ ਗਈ। ਮੈਨੂੰ ਇੱਕ ਅਜੀਬ ਤਰੀਕੇ ਦਾ ਡਰ ਲੱਗ ਰਿਹਾ ਸੀ। ਆਖਿਰ ਕੌਣ ਸੀ ਜੋ ਮੈਨੂੰ ਚੋਰੀ-ਚੋਰੀ ਦੇਖ ਰਿਹਾ ਸੀ? ਮੈਂ ਅਜੇ ਇਹ ਬਸ ਸੋਚ ਹੀ ਰਹੀ ਸੀ ਕਿ ਕੰਮ ਵਾਲੀ ਮੈਨੂੰ ਬੁਲਾਉਣ ਆ ਗਈ। ਮੈਂ ਚਾਹ ਦੀ ਟਰੇ ਲੈ ਕੇ ਡਰਾਇੰਗ ਰੂਮ ਵਿੱਚ ਦਾਖਲ ਹੋਈ ਤਾਂ ਸਾਹਮਣੇ ਇੱਕ ਸਮਝਦਾਰ ਔਰਤ ਨੇ ਕਿਹਾ, ਤੁਸੀਂ ਚਾਹ ਵਗੈਰਾ ਦਾ ਝੰਜਟ ਛੱਡੋ, ਪਹਿਲਾਂ ਸਾਨੂੰ ਲੜਕੀ ਨਾਲ ਮਿਲਾਓ। ਮੇਰੀ ਮਾਂ ਨੇ ਕਿਹਾ ਕਿ ਇਹੀ ਮੇਰੀ ਲੜਕੀ ਸ਼ੋਭਾ ਹੈ। ਔਰਤ ਨੇ ਫਟੀਆਂ ਅੱਖਾਂ ਨਾਲ ਮੈਨੂੰ ਦੇਖ ਕੇ ਕਿਹਾ ਕਿ ਅਸੀਂ ਤਾਂ ਸੁਣਿਆ ਸੀ ਕਿ ਤੁਹਾਡੀ ਕੁੜੀ ਦੀ ਉਮਰ 25 ਸਾਲ ਦੀ ਹੈ, ਪਰ ਸਾਨੂੰ ਤਾਂ ਇਹ ਕਿਸੇ ਪਾਸਿਓਂ ਵੀ 25 ਸਾਲ ਦੀ ਨਹੀਂ ਲੱਗ ਰਹੀ। ਮੇਰੀ ਮਾਂ ਨੇ ਕਿਹਾ, ਭੈਣ ਜੀ, ਬੇਟੀ ਦੀ ਉਮਰ ਤਾਂ 25 ਸਾਲ ਹੈ, ਪਰ ਥੋੜਾ ਮੋਟਾਪਾ ਹੋਣ ਕਰਕੇ ਥੋੜੀ ਵੱਡੀ ਉਮਰ ਦੀ ਲੱਗਦੀ ਹੈ। ਉਸ ਔਰਤ ਨੇ ਕਿਹਾ, ਭੈਣ ਜੀ, ਅੱਜ ਕੱਲ੍ਹ ਤਾਂ ਇੰਨੀਆਂ ਆਧੁਨਿਕ ਮਸ਼ੀਨਾਂ ਆ ਗਈਆਂ ਹਨ, ਤੁਸੀਂ ਆਪਣੀ ਬੇਟੀ ਨੂੰ ਕਸਰਤ ਕਰਨ ਨੂੰ ਕਿਉਂ ਨਹੀਂ ਕਹਿੰਦੇ? ਇਹੋ ਜਿਹੀਆਂ ਗੱਲਾਂ ਕਰਕੇ ਉਹ ਮੈਨੂੰ ਠੁਕਰਾ ਕੇ ਚਲੇ ਗਏ। ਉਸ ਦੀਆਂ ਗੱਲਾਂ ਸੁਣ ਕੇ ਮੈਂ ਉੱਪਰ ਛੱਤ 'ਤੇ ਆ ਕੇ ਬੈਠ ਗਈ, ਕਿਉਂਕਿ ਜਦੋਂ ਤੁਹਾਨੂੰ ਬਾਰ-ਬਾਰ ਅਪਮਾਨ ਸਹਿਣਾ ਪੈਂਦਾ ਹੈ ਤਾਂ ਤੁਸੀਂ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰਦੇ ਹੋ। ਮੈਂ ਛੱਤ 'ਤੇ ਬਹੁਤ ਉਦਾਸ ਬੈਠੀ ਸੀ। ਮੈਨੂੰ ਇੱਕ ਵਾਰ ਫਿਰ ਲੱਗਿਆ ਕਿ ਕੋਈ ਮੈਨੂੰ ਲੁਕ ਕੇ ਵੇਖ ਰਿਹਾ ਹੈ। ਮੈਂ ਜਲਦੀ ਨਾਲ ਉੱਠ ਗਈ ਤੇ ਆਪਣੇ ਚਾਰ ਚੁਫੇਰੇ ਨਿਗਾਹ ਮਾਰੀ ਤਾਂ ਮੈਨੂੰ ਬਾਗ ਵਿੱਚ ਲੱਗੇ ਪੌਦਿਆਂ ਦੀ ਸਰਸਰਾਹਟ ਸੁਣਾਈ ਦਿੱਤੀ। ਮੈਨੂੰ ਮਹਿਸੂਸ ਹੋਇਆ ਕਿ ਜਿਵੇਂ ਕੋਈ ਉੱਧਰ ਹੀ ਸੀ। ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ ਸੀ। ਅਕਸਰ ਹੀ ਮੈਨੂੰ ਲੱਗਦਾ ਕਿ ਕੋਈ ਮੈਨੂੰ ਘੂਰ ਰਿਹਾ ਹੈ ਜਦੋਂ ਮੈਂ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦੀ ਸੀ, ਪਰ ਹੁਣ ਇਹ ਕੁਝ ਜ਼ਿਆਦਾ ਹੀ ਹੋ ਗਿਆ ਸੀ। ਮੈਂ ਹੌਲੀ-ਹੌਲੀ ਮਾਨਸਿਕ ਰੋਗੀ ਹੁੰਦੀ ਜਾ ਰਹੀ ਸੀ। ਇੱਕ ਪਾਸੇ ਇਹ ਸਾਇਆ ਤੇ ਦੂਜੇ ਪਾਸੇ ਮੈਨੂੰ ਮੋਟਾਪੇ ਦਾ ਦਰਦ। ਮੈਂ ਸ਼ੁਰੂ ਵਿੱਚ ਇੰਨੀ ਮੋਟੀ ਨਹੀਂ ਸੀ, ਬਲਕਿ ਮੈਂ ਤਾਂ ਇੱਕ ਦੁਬਲੀ ਪਤਲੀ ਜਿਹੀ ਲੜਕੀ ਸੀ, ਜਿਵੇਂ 15-16 ਸਾਲ ਦੀਆਂ ਕੁੜੀਆਂ ਆਮ ਤੌਰ 'ਤੇ ਹੁੰਦੀਆਂ ਹਨ। ਫਿਰ ਮੇਰਾ ਸਰੀਰ ਭਰਨ ਲੱਗਾ। ਖੂਬਸੂਰਤ ਤਾਂ ਮੈਂ ਸ਼ੁਰੂ ਤੋਂ ਹੀ ਸੀ, ਹਰ ਪਾਸੇ ਮੇਰੀ ਖੂਬਸੂਰਤੀ ਦੇ ਚਰਚੇ ਸੀ। ਫਿਰ ਮੈਂ ਬਿਮਾਰ ਰਹਿਣ ਲੱਗ ਪਈ। ਮੇਰੇ ਸਰੀਰ ਵਿੱਚ ਹਰ ਸਮੇਂ ਦਰਦ ਰਹਿੰਦਾ ਸੀ। ਇੱਕ ਦਿਨ ਮੈਨੂੰ ਕਾਲਜ ਵਿੱਚ ਚੱਕਰ ਆ ਗਿਆ ਤਾਂ ਮਾਂ ਮੈਨੂੰ ਹਸਪਤਾਲ ਲੈ ਗਈ। ਡਾਕਟਰ ਨੇ ਕਿਹਾ ਕਿ ਮੈਨੂੰ ਤਾਕਤ ਦੀ ਕਮੀ ਹੈ, ਇਸ ਲਈ ਉਹਨਾਂ ਨੇ ਮੈਨੂੰ ਤਾਕਤ ਦੇ ਇੰਜੈਕਸ਼ਨ ਲਗਵਾਉਣ ਨੂੰ ਕਿਹਾ। ਨਾ ਜਾਣੇ ਇਹ ਕਿਸ ਤਰ੍ਹਾਂ ਦੇ ਤਾਕਤ ਵਾਲੇ ਇੰਜੈਕਸ਼ਨ ਸਨ, ਜਿਨ੍ਹਾਂ ਨਾਲ ਮੇਰਾ ਪੂਰਾ ਸਰੀਰ ਫੁੱਲ ਗਿਆ ਸੀ। ਮੈਂ ਛੋਟੀ ਉਮਰ ਦੀ ਲੜਕੀ ਲੱਗਣ ਦੀ ਬਜਾਏ ਇੱਕ ਜ਼ਿਆਦਾ ਉਮਰ ਦੀ ਔਰਤ ਦੀ ਤਰ੍ਹਾਂ ਦਿਸਣ ਲੱਗੀ ਸੀ। ਹੁਣ ਮੇਰੇ ਘਰ ਵਾਲੇ ਮੇਰੀ ਚਿੰਤਾ ਕਰ ਰਹੇ ਸਨ। ਮੈਨੂੰ ਆਪਣੇ ਮੋਟਾਪੇ ਤੋਂ ਨਫ਼ਰਤ ਸੀ। ਮੈਂ ਸਾਰਾ ਦਿਨ ਰੋਂਦੀ ਰਹਿੰਦੀ ਸੀ। ਮੇਰੀ ਮਾਂ ਮੈਨੂੰ ਦਿਲਾਸਾ ਦਿੰਦੀ, ਪਰ ਮੈਂ ਹਰ ਸਮੇਂ ਉਦਾਸ ਰਹਿਣ ਲੱਗੀ। ਤਾਂ ਕੁੜੀਆਂ ਮੇਰਾ ਮਜ਼ਾਕ ਉਡਾਉਂਦੀਆਂ ਤੇ ਮੈਨੂੰ ਆਂਟੀ ਕਹਿ ਕੇ ਤੰਗ ਕਰਦੀਆਂ। ਮੈਂ ਕਾਲਜ ਛੱਡਣ ਦਾ ਇਰਾਦਾ ਕਰ ਲਿਆ, ਪਰ ਮੇਰੇ ਪਾਪਾ ਨੇ ਮੈਨੂੰ ਕਾਲਜ ਛੱਡਣ ਲਈ ਮਨਾ ਕਰ ਦਿੱਤਾ। ਮੈਂ ਮਸਾਂ ਕਾਲਜ ਖਤਮ ਕੀਤਾ ਤੇ ਘਰ ਬੈਠ ਕੇ ਇੱਕ ਚੰਗੇ ਰਿਸ਼ਤੇ ਦਾ ਇੰਤਜ਼ਾਰ ਕਰਨ ਲੱਗੀ। ਇੱਥੇ ਵੀ ਮੇਰਾ ਮੋਟਾਪਾ ਮੇਰੇ ਰਸਤੇ ਵਿੱਚ ਦੀਵਾਰ ਬਣ ਗਿਆ ਸੀ। ਮੇਰੀਆਂ ਛੋਟੀਆਂ ਭੈਣਾਂ ਵਿੱਚੋਂ ਕਿਸੇ ਨੂੰ ਵੀ ਪਸੰਦ ਕਰ ਲੈਂਦੇ, ਪਰ ਪਿਤਾ ਜੀ ਚਾਹੁੰਦੇ ਸੀ ਕਿ ਸਾਰਿਆਂ ਤੋਂ ਪਹਿਲਾਂ ਮੇਰਾ ਹੀ ਵਿਆਹ ਹੋਵੇ। ਸਾਡੇ ਖਾਨਦਾਨ ਵਿੱਚ ਮੇਰੇ ਨਾਲੋਂ ਛੋਟੀਆਂ ਸਾਰੀਆਂ ਕੁੜੀਆਂ ਦੇ ਵਿਆਹ ਹੋ ਚੁੱਕੇ ਸੀ, ਜਦ ਕਿ ਮੈਂ ਹੁਣ ਵੀ ਆਪਣੇ ਮਾਤਾ-ਪਿਤਾ 'ਤੇ ਬੋਝ ਬਣ ਕੇ ਬੈਠੀ ਸੀ। ਲੇਕਿਨ ਮੈਂ ਕੀ ਕਰ ਸਕਦੀ ਸੀ? ਮੇਰੇ ਕੋਲ ਰੋਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ। ਸ਼ਾਮ ਹੋ ਚੁੱਕੀ ਸੀ ਤਾਂ ਸਾਡੇ ਦਰਵਾਜ਼ੇ ਤੋਂ ਆਵਾਜ਼ ਆਈ, ਕੋਈ ਹੈ ਜੋ ਭਗਵਾਨ ਦੇ ਨਾਮ 'ਤੇ ਮੇਰੀ ਮਦਦ ਕਰੇ, ਹਰ ਇੱਕ ਇੱਛਾ ਪੂਰੀ ਹੋ ਜਾਵੇਗੀ। ਮੈਂ ਤੇਜ਼ੀ ਨਾਲ ਗੇਟ ਵੱਲ ਵਧੀ। ਸਾਹਮਣੇ ਇੱਕ ਬਾਬਾ ਬੈਠਾ ਸੀ,
ਜਿਸ ਨੇ ਸਿਰ ਤੋਂ ਪੈਰ ਤੱਕ ਕੰਬਲ ਲੈ ਕੇ ਰੱਖਿਆ ਸੀ। ਮੈਂ ਬੋਲੀ, ਬਾਬਾ ਤੈਨੂੰ ਕੀ ਚਾਹੀਦਾ ਹੈ? ਤਾਂ ਉਸ ਸਾਧੂ ਬਾਬਾ ਨੇ ਕਿਹਾ ਕਿ ਮੈਨੂੰ ਜੋ ਚਾਹੀਦਾ ਹੈ ਉਹ ਮੈਨੂੰ ਕੋਈ ਵੀ ਇਨਸਾਨ ਨਹੀਂ ਦੇ ਸਕਦਾ, ਲੇਕਿਨ ਜੋ ਤੈਨੂੰ ਚਾਹੀਦਾ ਹੈ ਉਹ ਮੈਂ ਦੇ ਸਕਦਾ ਹਾਂ। ਮੈਂ ਤੇਰੇ ਮੱਥੇ 'ਤੇ ਪੜ੍ਹ ਕੇ ਦੱਸ ਸਕਦਾ ਹਾਂ। ਮੈਨੂੰ ਬੜੀ ਹੈਰਾਨੀ ਹੋਈ। ਮੈਂ ਬਾਬੇ ਨੂੰ ਚੁਣੌਤੀ ਦਿੱਤੀ ਤੇ ਕਿਹਾ, ਦੱਸੋ ਮੈਨੂੰ ਕੀ ਚਾਹੀਦਾ ਹੈ? ਉਸ ਸਾਧੂ ਬਾਬੇ ਨੇ ਆਪਣੇ ਕੋਲ ਪਈ ਚਾਦਰ ਉਠਾ ਕੇ ਮੈਨੂੰ ਦੇ ਦਿੱਤੀ ਤੇ ਕਿਹਾ, ਇਸ ਚਾਦਰ ਨੂੰ ਇਕਾਂਤ ਤੇ ਹਨੇਰੇ ਕਮਰੇ ਵਿੱਚ ਸਿਰਫ 3 ਰਾਤਾਂ ਲਈ ਉੱਪਰ ਲੈ ਕੇ ਸੋ ਜਾਣਾ ਤੇ ਕ੍ਰਿਸ਼ਮਾ ਦੇਖਣਾ। ਜਲਦੀ ਹੀ ਤੁਹਾਡਾ ਵਿਆਹ ਹੋ ਜਾਵੇਗਾ। ਬਾਬੇ ਦੇ ਮੂੰਹੋਂ ਵਿਆਹ ਦੀ ਗੱਲ ਸੁਣ ਕੇ ਮੈਂ ਚੌਂਕ ਗਈ। ਭਾਵੇਂ ਕਿ ਉਹ ਬਾਬਾ ਆਮ ਇਨਸਾਨ ਨਹੀਂ ਸੀ, ਉਹਨਾਂ ਨੇ ਮੇਰੀ ਪਰੇਸ਼ਾਨੀ ਦਾ ਇੱਕ ਸਟਿਕ ਕਾਰਨ ਦੱਸ ਦਿੱਤਾ ਸੀ। ਮੈਂ ਝੱਟ ਹੀ ਕੰਬਦੇ ਹੱਥਾਂ ਨਾਲ ਉਸ ਚਾਦਰ ਨੂੰ ਫੜ ਲਿਆ ਤੇ ਮੇਰੀ ਮਾਂ ਨੇ ਦਰਵਾਜ਼ਾ ਖੋਲ੍ਹਿਆ। ਮੈਂ ਆਪਣੀ ਮਾਂ ਨੂੰ ਕਿਹਾ, ਮਾਂ, ਬਾਬਾ ਜੀ ਨੇ ਮੈਨੂੰ ਇਹ ਚਾਦਰ ਦਿੱਤੀ ਆ। ਮਾਂ ਜਲਦੀ ਨਾਲ ਗੇਟ ਕੋਲ ਗਈ ਤੇ ਆਪਣਾ ਸਿਰ ਬਾਹਰ ਕੱਢ ਕੇ ਦੇਖਿਆ ਤਾਂ ਉਹ ਸਾਧੂ ਬਾਬਾ ਉੱਥੇ ਹੀ ਬੈਠਾ ਸੀ। ਮੈਨੂੰ ਬਾਬਾ ਜੀ ਨੇ ਇਸ਼ਾਰਾ ਕੀਤਾ ਕਿ ਤੁਸੀਂ ਇਹ ਚਾਦਰ ਲੈ ਕੇ ਆਪਣੇ ਕਮਰੇ ਵਿੱਚ ਰੱਖ ਦਿਓ। ਮੈਂ ਪਿੱਛੇ ਮੁੜ ਕੇ ਨਹੀਂ ਦੇਖਣਾ। ਮੈਂ ਦੋਨਾਂ ਹੱਥਾਂ ਨਾਲ ਉਸ ਚਾਦਰ ਨੂੰ ਫੜ ਲਿਆ ਤੇ ਆਪਣੇ ਕਮਰੇ ਵਿੱਚ ਆ ਗਈ। ਥੋੜ੍ਹੀ ਦੇਰ ਬਾਅਦ ਮੇਰੀ ਮਾਂ ਪਿੱਛੇ ਆ ਗਈ। ਉਹ ਬਹੁਤ ਖੁਸ਼ ਲੱਗ ਰਹੀ ਸੀ। ਉਹ ਬੋਲੀ, ਸ਼ੋਭਾ, ਸਾਧੂ ਬਾਬਾ ਨੇ ਦੱਸਿਆ ਕਿ ਅੱਜ ਤੋਂ 3 ਦਿਨ ਬਾਅਦ ਜੋ ਵੀ ਪਹਿਲਾ ਰਿਸ਼ਤਾ ਤੇਰੇ ਲਈ ਆਵੇਗਾ ਉਹ ਸਵੀਕਾਰ ਕਰਦੇ ਹੀ ਸਾਡੇ ਘਰ ਵਿੱਚ ਖੁਸ਼ੀ ਆ ਜਾਵੇਗੀ। ਪਰ ਜੇ ਅਸੀਂ ਇਹ ਰਿਸ਼ਤਾ ਠੁਕਰਾ ਦਿੱਤਾ ਤਾਂ ਸਾਡਾ ਸਾਰਾ ਕੁਝ ਖੋਹ ਲਿਆ ਜਾਵੇਗਾ। ਅਸੀਂ ਸੜਕ 'ਤੇ ਆ ਜਾਵਾਂਗੇ। ਇਹ ਗੱਲ ਸੁਣ ਕੇ ਮੈਂ ਪਰੇਸ਼ਾਨ ਹੋ ਗਈ, ਲੇਕਿਨ ਮੇਰੀ ਮਾਂ ਨੇ ਮੈਨੂੰ ਹੌਸਲਾ ਦਿੱਤਾ। ਮੈਂ ਕਮਰੇ ਵਿੱਚ ਆ ਕੇ ਇਸ ਚਾਦਰ ਨੂੰ ਖੋਲ੍ਹ ਕੇ ਦੇਖਿਆ ਤਾਂ ਕਾਲੇ ਰੰਗ ਦਾ ਇੱਕ ਕੰਬਲ ਸੀ। ਜਦੋਂ ਰਾਤ ਹੋਈ ਮੈਂ ਆਪਣੇ ਕਮਰੇ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ। ਮੈਨੂੰ ਬਹੁਤ ਡਰ ਲੱਗ ਰਿਹਾ ਸੀ, ਲੇਕਿਨ ਵਿਆਹ ਦੀ ਗੱਲ ਸੋਚ ਕੇ ਮੈਂ ਉਸ ਚਾਦਰ ਨੂੰ ਉੱਪਰ ਲੈਣ ਦੀ ਹਿੰਮਤ ਜੁਟਾਈ। ਮੈਂ ਜਦੋਂ ਹੀ ਉਹ ਚਾਦਰ ਲਈ ਮੈਨੂੰ ਅਜੀਬ ਜਿਹੀ ਚੁਭਣ ਮਹਿਸੂਸ ਹੋਈ। ਮੇਰਾ ਜੀਅ ਕਰਦਾ ਕਿ ਮੈਂ ਇਹ ਚਾਦਰ ਉਤਾਰ ਕੇ ਸੁੱਟ ਦੇਵਾਂ, ਪਰ ਮੈਂ ਅਜਿਹਾ ਨਹੀਂ ਕੀਤਾ। ਲੱਗਿਆ ਜਿਵੇਂ ਮੈਂ ਸਾਰੀ ਰਾਤ ਕੰਢਿਆਂ ਉੱਪਰ ਗੁਜ਼ਾਰੀ ਹੋਵੇ। ਸਵੇਰ ਹੁੰਦੇ ਮੈਨੂੰ ਪੁੱਛਿਆ ਕਿ ਤੂੰ ਇਹ ਚਾਦਰ ਲੈ ਕੇ ਸੁੱਤੀ ਸੀ? ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਮੈਂ ਬਹੁਤ ਥੱਕੀ ਹੋਈ ਸੀ ਕਿਉਂਕਿ ਮੈਨੂੰ ਰਾਤ ਨੀਂਦ ਨਹੀਂ ਸੀ ਆਈ। ਅਗਲੀ ਰਾਤ ਮੈਂ ਫਿਰ ਚਾਰੇ ਪਾਸੇ ਹਨੇਰਾ ਕੀਤਾ ਚਾਦਰ ਨੂੰ ਉੱਪਰ ਲੈ ਲਿਆ। ਇਹ ਚਾਦਰ ਬਹੁਤ ਅਜੀਬ ਸੀ, ਚੁਭਦੀ ਹੋਈ ਤੇ ਬੇਸਕੂਨ। ਤੀਸਰੇ ਦਿਨ ਮੈਂ ਫਿਰ ਉਸ ਚਾਦਰ ਨੂੰ ਉੱਪਰ ਲਿਆ, ਪਰ ਅੱਜ ਮੈਨੂੰ ਨਾ ਉਹ ਚਾਦਰ ਚੁਭ ਰਹੀ ਸੀ ਤੇ ਨਾ ਹੀ ਪਰੇਸ਼ਾਨ ਕਰ ਰਹੀ ਸੀ। ਮੈਂ ਆਉਣ ਵਾਲੇ ਕੱਲ੍ਹ ਦੇ ਬਾਰੇ ਸੋਚ ਕੇ ਬਹੁਤ ਖੁਸ਼ ਹੋ ਰਹੀ ਸੀ, ਲੇਕਿਨ ਮੈਨੂੰ ਕੀ ਪਤਾ ਸੀ ਮੇਰੇ ਜਿਹੇ ਬਦਨਸੀਬ ਲੋਕਾਂ ਨੂੰ ਖੁਸ਼ੀ ਰਾਸ ਨਹੀਂ ਆਉਂਦੀ। ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਆਪਣੇ ਆਪ ਨੂੰ ਕਿਤੇ ਲੁਕੋ ਲੈਂਦੀ। ਮੈਂ ਸਵੇਰੇ ਹੀ ਨਹਾ ਧੋ ਕੇ ਕੱਪੜੇ ਪਾ ਲਏ ਤੇ ਥੋੜ੍ਹਾ ਜਿਹਾ ਮੇਕਅਪ ਕੀਤਾ। ਮੈਂ ਜਾਣਦੀ ਸੀ ਕਿ ਕਿਸੇ ਵੀ ਸਮੇਂ ਮੇਰੇ ਲਈ ਰਿਸ਼ਤਾ ਆ ਸਕਦਾ ਹੈ, ਇਸ ਲਈ ਮੈਨੂੰ ਤਿਆਰ ਰਹਿਣਾ ਚਾਹੀਦਾ ਹੈ। ਜਦੋਂ ਮੈਂ ਤਿਆਰ ਹੋ ਕੇ ਕਮਰੇ ਤੋਂ ਬਾਹਰ ਨਿਕਲੀ ਤਾਂ ਪਾਪਾ ਨੇ ਮੈਨੂੰ ਗਲ ਨਾਲ ਲਾਇਆ, ਮੈਨੂੰ ਬਹੁਤ ਪਿਆਰ ਕੀਤਾ। ਮੇਰੀਆਂ ਭੈਣਾਂ ਵੀ ਬਹੁਤ ਖੁਸ਼ ਸੀ। ਉਸ ਤੋਂ ਬਾਅਦ ਇੱਕ ਅਜੀਬ ਜਿਹੀ ਗੱਲ ਹੋਈ। ਜਦੋਂ ਅਸੀਂ ਸਾਰੇ ਨਾਸ਼ਤਾ ਕਰਨ ਲੱਗੇ ਤਾਂ ਸਾਡੀ ਨੌਕਰਾਣੀ ਸੁਨੀਤਾ ਨਾਸ਼ਤਾ ਰੱਖ ਕੇ ਜ਼ਮੀਨ 'ਤੇ ਬੈਠ ਗਈ। ਪਿਤਾ ਜੀ ਨੇ ਪਰੇਸ਼ਾਨ ਹੋ ਕੇ ਪੁੱਛਿਆ, ਸੁਨੀਤਾ, ਤੂੰ ਬਹੁਤ ਚਿੰਤਾ ਵਿੱਚ ਲੱਗ ਰਹੀ ਆ, ਤੇਰੀ ਤਬੀਅਤ ਤਾਂ ਠੀਕ ਹੈ ਨਾ? ਸੁਨੀਤਾ ਕਹਿਣ ਲੱਗੀ, ਸਾਹਿਬ ਜੀ ਕੀ ਦੱਸਾਂ, ਛੋਟਾ ਮੂੰਹ ਵੱਡੀ ਗੱਲ। ਕੱਲ੍ਹ ਰਾਤ ਮੈਨੂੰ ਇੱਕ ਸੁਪਨਾ ਆਇਆ। ਸੁਪਨੇ ਵਿੱਚ ਮੈਂ ਇੱਕ ਮੰਦਿਰ ਦੇ ਗੇਟ 'ਤੇ ਬੈਠੀ ਸੀ ਤਾਂ ਮੇਰੇ ਕੋਲ ਇੱਕ ਬਜ਼ੁਰਗ ਬਾਬਾ ਆ ਕੇ ਰੁਕ ਗਿਆ। ਉਸ ਬਾਬੇ ਨੇ ਮੈਨੂੰ ਕਿਹਾ ਕਿ ਕੱਲ੍ਹ ਨੂੰ ਤੂੰ ਆਪਣੇ ਬੇਟੇ ਲਈ ਸ਼ੋਭਾ ਦਾ ਰਿਸ਼ਤਾ ਲੈ ਜਾਈਂ। ਜੇ ਉਸਨੇ ਇਸ ਰਿਸ਼ਤੇ ਤੋਂ ਮਨਾ ਕੀਤਾ ਤਾਂ ਉਸ ਨੂੰ ਕਹਿਣਾ ਕਿ ਤੇਰੀ ਜ਼ਿੰਦਗੀ ਵਿੱਚ ਉਸ ਚਾਦਰ ਦੀ ਕਾਲੀ ਸਿਆਹੀ ਖੁੱਲ੍ਹ ਚੁੱਕੀ ਆ। ਮੈਂ ਨਹੀਂ ਜਾਣਦੀ ਉਹ ਕਿਹੜੀ ਚਾਦਰ ਦੀ ਗੱਲ ਕਰ ਰਿਹਾ ਸੀ, ਪਰ ਮੈਂ ਸਿਰਫ ਇੰਨਾ ਜਾਣਦੀ ਹਾਂ ਕਿ ਮੈਂ ਤੁਹਾਡੇ ਸਾਹਮਣੇ ਆਪਣਾ ਆਪ ਫੈਲਾ ਕੇ ਬੈਠ ਗਈ ਹਾਂ। ਮੈਨੂੰ ਖਾਲੀ ਹੱਥ ਨਾ ਉੱਠਣ ਦੇਣਾ। ਉਸ ਦੀ ਗੱਲ ਸੁਣ ਕੇ ਅਸੀਂ ਸਾਰੇ ਚੌਂਕ ਗਏ। ਪਿਤਾ ਜੀ ਕਦੇ ਮੇਰੇ ਵੱਲ ਤੇ ਕਦੇ ਸੁਨੀਤਾ ਵੱਲ ਦੇਖਦੇ। ਮਾਂ ਨੇ ਕਿਹਾ, ਸੁਨੀਤਾ, ਅਸੀਂ ਆਪਣੀ ਸ਼ੋਭਾ ਦਾ ਰਿਸ਼ਤਾ ਤੇਰੇ ਮੁੰਡੇ ਨਾਲ ਕਰਨ ਲਈ ਤਿਆਰ ਹਾਂ। ਮੈਂ ਬੜੀ ਹੈਰਾਨੀ ਨਾਲ ਮਾਂ ਵੱਲ ਦੇਖਿਆ। ਮੈਂ ਉੱਠੀ ਤੇ ਆਪਣੇ ਪੈਰਾਂ ਨੂੰ ਬੈੱਡ ਨਾਲ ਮਾਰਦੇ ਹੋਏ ਕਿਹਾ, ਮਨੋਜ ਨਾਲ ਮੇਰਾ ਕੀ ਮੇਲ ਹੈ?
ਸਾਡੀ ਨੌਕਰਾਨੀ ਸੁਨੀਤਾ ਦਾ ਮੁੰਡਾ ਮਨੋਜ, ਜਿਹੜਾ ਕਿ ਸਾਡੇ ਘਰ ਦਾ ਮਾਲੀ ਹੈ, ਮੇਰਾ ਵਿਆਹ ਉਸ ਨਾਲ ਕਿਵੇਂ ਹੋ ਸਕਦਾ ਹੈ। ਇਹ ਗੱਲ ਸੁਣ ਕੇ ਮੈਂ ਬਹੁਤ ਰੋਈ। ਉਦੋਂ ਮੈਨੂੰ ਫਿਰ ਮਹਿਸੂਸ ਹੋਇਆ ਜਿਵੇਂ ਕੋਈ ਮੈਨੂੰ ਚੋਰੀ ਛਿਪੇ ਦੇਖ ਰਿਹਾ ਹੈ। ਮੈਂ ਇੱਕਦਮ ਉੱਠੀ ਤੇ ਇੱਧਰ ਉੱਧਰ ਦੇਖਿਆ। ਉੱਥੇ ਕੋਈ ਨਹੀਂ ਸੀ। ਮੈਂ ਆਪਣੇ ਕਮਰੇ ਦੀ ਖਿੜਕੀ ਜ਼ੋਰ ਨਾਲ ਬੰਦ ਕਰ ਦਿੱਤੀ। ਕੁਝ ਸਮੇਂ ਬਾਅਦ ਮੇਰੀ ਮੰਮੀ ਪਾਪਾ ਮੇਰੇ ਕਮਰੇ ਵਿੱਚ ਆਏ ਤੇ ਪਾਪਾ ਨੇ ਮੇਰੇ ਸਿਰ ਤੇ ਹੱਥ ਰੱਖਦੇ ਹੋਏ ਕਿਹਾ ਕਿ ਸ਼ੋਭਾ, ਜੇ ਤੂੰ 50 ਸਾਲ ਦੀ ਵੀ ਹੋ ਜਾਂਦੀ ਤਾਂ ਵੀ ਮੈਂ ਤੈਨੂੰ ਇਸ ਰਿਸ਼ਤੇ ਵਾਸਤੇ ਕਦੇ ਦਬਾਅ ਨਾ ਪਾਉਂਦਾ, ਪਰ ਹੁਣ ਮੈਂ ਮਜਬੂਰ ਹਾਂ। ਮੈਂ ਉਸ ਸਾਧੂ ਤੋਂ ਬਦਦੁਆ ਨਹੀਂ ਲੈਣਾ ਚਾਹੁੰਦਾ, ਇਸ ਲਈ ਇਸ ਰਿਸ਼ਤੇ ਤੋਂ ਇਨਕਾਰ ਨਹੀਂ ਕਰ ਸਕਦਾ। ਅਗਲੇ 3 ਦਿਨਾਂ ਬਾਅਦ ਤੇਰੀ ਮਨੋਜ ਨਾਲ ਸ਼ਾਦੀ ਹੋਵੇਗੀ। ਇਹ ਕਹਿ ਕੇ ਪਿਤਾ ਜੀ ਕਮਰੇ ਤੋਂ ਬਾਹਰ ਚਲੇ ਗਏ। ਮੰਮੀ ਕਿੰਨਾ ਸਮਾਂ ਮੇਰੇ ਕੋਲ ਬੈਠੀ ਮੈਨੂੰ ਦਿਲਾਸਾ ਦਿੰਦੀ ਰਹੀ। ਅਗਲੇ ਦਿਨ ਤੱਕ ਸਾਡੇ ਘਰ ਵਿੱਚ ਸੋਗ ਰਿਹਾ। ਮੇਰੀਆਂ ਭੈਣਾਂ ਮੇਰੇ ਨਾਲ ਨਜ਼ਰ ਨਹੀਂ ਸੀ ਮਿਲਾ ਰਹੀਆਂ। ਮੈਂ ਆਪਣੇ ਆਪ ਨੂੰ ਇੱਕ ਕਮਰੇ ਤੱਕ ਸੀਮਤ ਕਰ ਲਿਆ ਸੀ। 3 ਦਿਨਾਂ ਬਾਅਦ ਮੇਰੀ ਮਾਂ ਨੇ ਮੈਨੂੰ ਲਾਲ ਰੰਗ ਦਾ ਸੂਟ ਦਿੰਦੇ ਕਿਹਾ ਕਿ ਤੂੰ ਜਲਦੀ ਨਾਲ ਤਿਆਰ ਹੋ ਜਾ, ਪੰਡਿਤ ਜੀ ਆਉਣ ਵਾਲੇ ਹਨ। ਮੈਂ ਚੁੱਪਚਾਪ ਉਹ ਸੂਟ ਫੜ ਲਿਆ। ਮੇਰਾ ਜੀ ਕਰਦਾ ਸੀ ਕਿ ਮੈਂ ਆਪਣੇ ਮੋਟਾਪੇ ਨੂੰ ਅੱਗ ਲਾ ਲਵਾਂ। ਮੋਟੀ ਨਾ ਹੁੰਦੀ ਤਾਂ ਮੇਰਾ ਰਿਸ਼ਤਾ ਨੌਕਰ ਨਾਲ ਨਾ ਹੁੰਦਾ। ਇਹ ਸੋਚਦੇ ਸੋਚਦੇ ਤਿਆਰ ਹੋ ਗਈ। ਮੇਰਾ ਵਿਆਹ ਮਨੋਜ ਨਾਲ ਹੋ ਗਿਆ। ਵਿਆਹ ਤੋਂ ਬਾਅਦ ਮੈਂ ਮਨੋਜ ਦੀ ਝੌਂਪੜੀ ਵਿੱਚ ਚਲੀ ਗਈ। ਸ਼ਾਮ ਨੂੰ ਮਨੋਜ ਮੇਰੇ ਕਮਰੇ ਵਿੱਚ ਆਇਆ ਤਾਂ ਉਸਨੇ ਮੇਰੇ ਵੱਲ ਦੇਖਿਆ। ਮੈਂ ਉਸ ਨੂੰ ਕਿਹਾ ਕਿ ਨੌਕਰ ਹੈ, ਨੌਕਰ ਬਣ ਕੇ ਰਹੇ। ਮੈਨੂੰ ਮਜਬੂਰੀ ਵਿੱਚ ਤੇਰੇ ਨਾਲ ਵਿਆਹ ਕਰਵਾਉਣਾ ਪੈ ਗਿਆ, ਪਰ ਮੈਂ ਕਦੇ ਵੀ ਤੈਨੂੰ ਆਪਣਾ ਪਤੀ ਸਵੀਕਾਰ ਨਹੀਂ ਕਰਾਂਗੀ। ਮਨੋਜ ਨੇ ਮੈਨੂੰ ਪਿਆਰ ਭਰੀ ਨਜ਼ਰ ਨਾਲ ਦੇਖਦੇ ਹੋਏ ਕਿਹਾ, ਸ਼ੋਭਾ, ਹੁਣ ਤੂੰ ਮੇਰੀ ਪਤਨੀ ਹੈ, ਪਰ ਜੇ ਤੂੰ ਚਾਹੁੰਦੀ ਹੈ ਕਿ ਮੈਂ ਤੇਰੇ ਕੋਲ ਨਾ ਆਵਾਂ ਤਾਂ ਤੇਰੀ ਮਰਜ਼ੀ। ਮੈਂ ਕਦੇ ਵੀ ਤੈਨੂੰ ਮਜਬੂਰ ਨਹੀਂ ਕਰਾਂਗਾ। ਅਗਲੀ ਸਵੇਰ ਮੈਂ ਆਪਣੇ ਪਾਪਾ ਦੇ ਘਰ ਵਾਪਸ ਗਈ ਅਤੇ ਮੈਂ ਆਪਣੇ ਪਾਪਾ ਨੂੰ ਕਿਹਾ ਕਿ ਸਾਧੂ ਦੇ ਸਰਾਪ ਤੋਂ ਛੁਟਕਾਰਾ ਮਿਲ ਗਿਆ। ਮੈਂ ਮਨੋਜ ਨਾਲ ਵਿਆਹ ਕਰਕੇ ਅਸੀਂ ਸਾਧੂ ਦੀ ਬਦਦੁਆ ਤੋਂ ਬਚ ਗਏ ਹਾਂ। ਹੁਣ ਮੈਂ ਉਸ ਨੌਕਰ ਦੀ ਝੌਂਪੜੀ ਵਿੱਚ ਨਹੀਂ ਰਹਾਂਗੀ। ਮੈਂ ਇਸ ਘਰ ਵਿੱਚ ਹੀ ਰਹਾਂਗੀ। ਪਾਪਾ ਨੇ ਮੇਰੀ ਗੱਲ ਨੂੰ ਸਵੀਕਾਰ ਕਰਦੇ ਕਿਹਾ ਕਿ ਮੈਨੂੰ ਕੋਈ ਇਤਰਾਜ਼ ਨਹੀਂ। ਜੇ ਤੂੰ ਇਸ ਘਰ ਵਿੱਚ ਰਹਿਣਾ ਚਾਹੁੰਦੀ ਆ ਤਾਂ ਰਹਿ ਸਕਦੀ ਆ। ਐਨੇ ਨੂੰ ਮਾਂ ਆਈ ਤੇ ਕਹਿਣ ਲੱਗੀ ਕਿ ਵਿਆਹ ਤੋਂ ਬਾਅਦ ਕੁੜੀ ਆਪਣੇ ਪੇਕੇ ਘਰ ਬੈਠੀ ਸੋਹਣੀ ਨਹੀਂ ਲੱਗਦੀ। ਤੈਨੂੰ ਮਨੋਜ ਦੀ ਝੌਂਪੜੀ ਵਿੱਚ ਜਾ ਕੇ ਰਹਿਣਾ ਚਾਹੀਦਾ ਹੈ। ਚਾਹੇ ਉਹ ਨੌਕਰ ਆ, ਪਰ ਤੇਰਾ ਪਤੀ ਆ। ਪਰ ਮੈਂ ਮਾਂ ਦੀ ਗੱਲ ਅਣਸੁਣੀ ਕਰ ਦਿੱਤੀ। ਮੈਂ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਰੋਜ਼ ਆਪਣੇ ਕਮਰੇ ਦੀ ਖਿੜਕੀ ਵਿੱਚੋਂ ਮਨੋਜ ਨੂੰ ਘਰ ਦੇ ਬੂਟਿਆਂ ਨੂੰ ਪਾਣੀ ਪਾਉਂਦੇ ਦੇਖਦੀ ਤੇ ਜੇ ਮੈਨੂੰ ਜ਼ਿਆਦਾ ਗੁੱਸਾ ਆਉਂਦਾ ਤਾਂ ਮੈਂ ਉਸ ਕੋਲ ਜਾ ਕੇ ਕਹਿੰਦੀ ਕਿ ਨੌਕਰ ਤਾਂ ਨੌਕਰ ਹੀ ਰਹਿੰਦਾ ਹੈ, ਚਾਹੇ ਉਹ ਮਾਲਕਣ ਨਾਲ ਜ਼ਬਰਦਸਤੀ ਵਿਆਹ ਕਰ ਲਵੇ। ਪਰ ਮਨੋਜ ਕਦੇ ਵੀ ਮੇਰੀ ਗੱਲ ਦਾ ਗੁੱਸਾ ਨਾ ਕਰਦਾ। ਉਹ ਪਿਆਰ ਭਰੀ ਨਜ਼ਰਾਂ ਨਾਲ ਮੈਨੂੰ ਵੇਖਦਾ ਤੇ ਮੁਸਕਰਾਉਂਦਾ ਰਹਿੰਦਾ। 2 ਮਹੀਨੇ ਲੰਘ ਗਏ। ਇੱਕ ਦਿਨ ਸੁਨੀਤਾ ਮੇਰੇ ਪਾਪਾ ਕੋਲ ਆਈ ਤੇ ਕਹਿਣ ਲੱਗੀ, ਸਾਹਿਬ ਜੀ, ਤੁਸੀਂ ਬੁਰਾ ਨਾ ਮਨਾਇਓ, ਭਾਵੇਂ ਕਿ ਅਸੀਂ ਤੁਹਾਡੇ ਨੌਕਰ ਹਾਂ, ਪਰ ਸ਼ੋਭਾ ਬੇਟੀ ਹੁਣ ਸਾਡੀ ਨੂੰਹ ਬਣ ਚੁੱਕੀ ਆ। ਤੁਸੀਂ ਉਸ ਨੂੰ ਕਿੰਨਾ ਸਮਾਂ ਆਪਣੇ ਘਰ ਬਿਠਾ ਕੇ ਰੱਖੋਗੇ? ਪਾਪਾ ਨੇ ਕਿਹਾ ਕਿ ਮੈਂ ਸ਼ੋਭਾ ਬੇਟੀ ਦੇ ਖਿਲਾਫ ਨਹੀਂ ਜਾ ਸਕਦਾ। ਉਸ ਨੂੰ ਜ਼ਬਰਦਸਤੀ ਤੁਹਾਡੇ ਕੋਲ ਨਹੀਂ ਭੇਜ ਸਕਦਾ। ਇਸੇ ਤਰ੍ਹਾਂ 6 ਮਹੀਨੇ ਲੰਘ ਗਏ। ਇੱਕ ਦਿਨ ਸੁਨੀਤਾ ਆਂਟੀ ਪਾਪਾ ਕੋਲ ਆ ਕੇ ਕਹਿਣ ਲੱਗੀ, ਅਸੀਂ ਕੱਲ੍ਹ ਨੂੰ ਤੁਹਾਡਾ ਘਰ ਛੱਡ ਕੇ ਹਮੇਸ਼ਾ ਲਈ ਜਾ ਰਹੇ ਹਾਂ। ਪਾਪਾ ਨੇ ਹੈਰਾਨ ਹੁੰਦੇ ਪੁੱਛਿਆ, ਕਿਉਂ? ਤਾਂ ਸੁਨੀਤਾ ਆਂਟੀ ਕਹਿਣ ਲੱਗੀ ਕਿ 6 ਮਹੀਨੇ ਹੋ ਗਏ ਮਨੋਜ ਦਾ ਵਿਆਹ ਸ਼ੋਭਾ ਨਾਲ ਹੋਏ ਨੂੰ। ਇਹਨਾਂ 6 ਮਹੀਨਿਆਂ ਵਿੱਚ ਮਨੋਜ ਨੂੰ ਸ਼ੋਭਾ ਨਾਲ ਬਹੁਤ ਪਿਆਰ ਹੋ ਗਿਆ। ਹੁਣ ਉਸ ਦੀ ਸਿਹਤ ਠੀਕ ਨਹੀਂ ਰਹਿੰਦੀ ਕਿਉਂਕਿ ਉਹ ਇਸ ਵਿਰਾਗ ਵਿੱਚ ਖਾਣਾ ਪੀਣਾ ਛੱਡ ਗਿਆ। ਇਹ ਕਹਿ ਕੇ ਸੁਨੀਤਾ ਆਂਟੀ ਵਾਪਸ ਚਲੀ ਗਈ। ਪਰ ਮੈਨੂੰ ਸੁਨੀਤਾ ਆਂਟੀ ਦੀ ਗੱਲ ਨੂੰ ਸੋਚੀ ਪਾ ਦਿੱਤਾ ਕਿ ਕੋਈ ਮੈਨੂੰ ਇੰਨਾ ਪਿਆਰ ਕਿਵੇਂ ਕਰ ਸਕਦਾ ਹੈ, ਕਿਉਂਕਿ ਮੈਂ ਤਾਂ ਮਾਸ ਦਾ ਇੱਕ ਪੁਤਲਾ ਸੀ ਤੇ ਮਨੋਜ ਭਾਵੇਂ ਸਾਡਾ ਨੌਕਰ ਸੀ, ਪਰ ਉਹ ਬਹੁਤ ਸੋਹਣਾ ਸੁਨੱਖਾ ਮੁੰਡਾ ਸੀ। ਉਹ ਮੈਨੂੰ ਇੰਨਾ ਪਿਆਰ ਕਿਵੇਂ ਕਰ ਸਕਦਾ ਸੀ? ਮੈਂ ਆਪਣੇ ਕਮਰੇ ਵਿੱਚ ਲੇਟੀ ਤਾਂ ਮੈਨੂੰ ਨੀਂਦ ਨਹੀਂ ਆਈ। ਮੈਂ ਰਾਤ ਨੂੰ ਚੋਰੀ ਛੁਪੇ ਮਨੋਜ ਦੀ ਝੌਂਪੜੀ ਵਿੱਚ ਗਈ। ਜਦੋਂ ਝੌਂਪੜੀ ਦੇ ਬਾਹਰ ਖੜ ਕੇ ਦੇਖਿਆ ਤਾਂ ਦਰਵਾਜ਼ਾ ਥੋੜ੍ਹਾ ਖੁੱਲ੍ਹਾ ਸੀ। ਮੈਂ ਦਰਵਾਜ਼ੇ ਕੋਲ ਖੜ ਗਈ ਕਿਉਂਕਿ ਅੰਦਰ ਮਨੋਜ ਤੇ ਸੁਨੀਤਾ ਆਂਟੀ ਗੱਲਾਂ ਕਰ ਰਹੇ ਸੀ। ਆਂਟੀ ਮਨੋਜ ਨੂੰ ਕਹਿ ਰਹੇ ਸੀ ਕਿ ਦੇਖ ਪੁੱਤਰ, ਭਾਵੇਂ ਤੂੰ ਸ਼ੋਭਾ ਨੂੰ ਪਿਆਰ ਕਰਦਾ, ਪਰ ਉਹ ਮਾਲਕ ਤੇ ਅਸੀਂ ਨੌਕਰ ਹਾਂ।
ਇੱਕ ਨੌਕਰ ਕਦੇ ਵੀ ਮਾਲਕ ਦੀ ਬੇਟੀ ਨਾਲ ਵਿਆਹ ਕਰਾ ਕੇ ਉਸ ਨੂੰ ਆਪਣੀ ਪਤਨੀ ਨਹੀਂ ਬਣਾ ਸਕਦਾ। ਜੇ ਮਾਲਕਣ ਦਾ ਵੱਸ ਚੱਲਦਾ ਤਾਂ ਸੋਭਾ ਬੇਟੀ ਦਾ ਵਿਆਹ ਕਦੇ ਨਾ ਹੋਣ ਦਿੰਦੀ। ਜਦੋਂ ਛੋਟੇ ਹੁੰਦੇ ਸੋਭਾ ਬੇਟੀ ਦੀ ਮਾਂ ਮਰ ਗਈ ਸੀ ਤਾਂ ਮਾਲਕ ਨੇ ਦੂਸਰਾ ਵਿਆਹ ਕਰ ਲਿਆ ਸੀ। ਮੈਂ ਤੈਨੂੰ ਤੇ ਸ਼ੋਭਾ ਨੂੰ ਪਾਲਿਆ ਸੀ। ਮੈਂ ਤੁਹਾਨੂੰ ਦੋਹਾਂ ਨੂੰ ਇਕੱਠਾ ਸਾਂਭਿਆ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਸੀ। ਪਰ ਛੋਟੀ ਮਾਲਕਣ ਨੇ ਕਦੇ ਵੀ ਸ਼ੋਭਾ ਨੂੰ ਆਪਣੀ ਬੇਟੀ ਨਹੀਂ ਮੰਨਿਆ। ਜਦੋਂ ਛੋਟੀ ਮਾਲਕਣ ਦੇ ਆਪਣੀ ਔਲਾਦ ਹੋਈ ਤਾਂ ਉਸਦੀ ਔਲਾਦ ਠੀਕ ਠਾਕ ਸੀ ਤੇ ਸ਼ੋਭਾ ਦਾ ਰੰਗ ਰੂਪ ਦੇਖ ਕੇ ਛੋਟੀ ਮਾਲਕਣ ਨੂੰ ਬਹੁਤ ਜਲਨ ਮਹਿਸੂਸ ਹੁੰਦੀ ਸੀ। ਉਸ ਨੇ ਸ਼ੋਭਾ ਨੂੰ ਜਾਣ ਬੁੱਝ ਕੇ ਉਹ ਇੰਜੈਕਸ਼ਨ ਲਗਵਾਏ ਸੀ ਜਿਸ ਨਾਲ ਉਸ ਦੀ ਸੁੰਦਰਤਾ ਖਰਾਬ ਹੋ ਜਾਵੇ। ਉਹ ਨਹੀਂ ਚਾਹੁੰਦੀ ਸੀ ਕਿ ਸ਼ੋਭਾ ਦਾ ਵਿਆਹ ਹੋਵੇ, ਕਿਉਂਕਿ ਜੇ ਸ਼ੋਭਾ ਦਾ ਵਿਆਹ ਹੋ ਜਾਂਦਾ ਤਾਂ ਉਸਦੇ ਹਿੱਸੇ ਦੀ ਜਾਇਦਾਦ ਸ਼ੋਭਾ ਦੇ ਪਤੀ ਨੂੰ ਮਿਲਦੀ, ਜੋ ਕਿ ਛੋਟੀ ਮਾਲਕਣ ਕਦੇ ਨਹੀਂ ਸੀ ਚਾਹੁੰਦੀ। ਇਸ ਲਈ ਉਸ ਨੇ ਵੀ ਸ਼ੋਭਾ ਦੇ ਵਿਆਹ ਦੀ ਦਿਲੋਂ ਚਿੰਤਾ ਨਹੀਂ ਸੀ ਕੀਤੀ। ਮੈਨੂੰ ਪਤਾ ਕਿ ਤੂੰ ਸ਼ੋਭਾ ਨੂੰ ਬਚਪਨ ਤੋਂ ਪਿਆਰ ਕਰਦਾ ਸੀ। ਤੂੰ ਉਸ ਨੂੰ ਰੋਂਦੀ ਹੋਈ ਚੋਰੀ ਚੋਰੀ ਕਿੰਨੇ ਵਾਰ ਦੇਖਦਾ ਰਹਿੰਦਾ। ਤੂੰ ਸ਼ੋਭਾ ਨਾਲ ਵਿਆਹ ਕਰਵਾਉਣ ਲਈ ਸਾਧੂ ਵਾਲਾ ਢੋਂਗ ਰਚਿਆ, ਜਿਸ ਨਾਲ ਤੇਰਾ ਸ਼ੋਭਾ ਨਾਲ ਵਿਆਹ ਤਾਂ ਹੋ ਗਿਆ, ਪਰ ਉਸ ਨੇ ਕਦੇ ਵੀ ਤੈਨੂੰ ਆਪਣਾ ਪਤੀ ਸਵੀਕਾਰ ਨਹੀਂ ਕੀਤਾ। ਇਸ ਲਈ ਪੁੱਤਰ, ਅਸੀਂ ਕੱਲ੍ਹ ਨੂੰ ਹਮੇਸ਼ਾ ਲਈ ਇਹ ਘਰ ਛੱਡ ਕੇ ਚਲੇ ਜਾਵਾਂਗੇ। ਮਨੋਜ ਅਤੇ ਸੁਨੀਤਾ ਆਂਟੀ ਦੀਆਂ ਗੱਲਾਂ ਸੁਣ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਚੁੱਪਚਾਪ ਵਾਪਸ ਆ ਕੇ ਆਪਣੇ ਕਮਰੇ ਵਿੱਚ ਪੈ ਗਈ। ਮੈਂ ਉਸੇ ਸਮੇਂ ਆਪਣੇ ਪਾਪਾ ਨੂੰ ਫੋਨ ਕਰਕੇ ਆਪਣੇ ਕਮਰੇ ਵਿੱਚ ਬੁਲਾਇਆ ਤੇ ਸਾਰੀ ਕਹਾਣੀ ਦੱਸੀ। ਇਹ ਸਾਰੀ ਗੱਲ ਸੁਣ ਕੇ ਮੇਰੇ ਪਾਪਾ ਵੀ ਚੌਂਕ ਗਏ। ਮੈਂ ਪਾਪਾ ਨੂੰ ਕਿਹਾ, ਪਾਪਾ ਮੇਰੇ ਤੋਂ ਗਲਤੀ ਹੋ ਗਈ, ਮੈਂ ਮਨੋਜ ਨਾਲ ਰਹਿਣਾ ਚਾਹੁੰਦੀ ਹਾਂ। ਪਾਪਾ ਨੇ ਮੈਨੂੰ ਕਿਹਾ, ਪੁੱਤਰ ਤੂੰ ਚਿੰਤਾ ਨਾ ਕਰ, ਸਵੇਰੇ ਆਪਾਂ ਸਾਰੀ ਗੱਲ ਦਾ ਹੱਲ ਕੱਢ ਲਵਾਂਗੇ। ਪਾਪਾ ਨੇ ਮਨੋਜ ਅਤੇ ਸੁਨੀਤਾ ਨੂੰ ਬੁਲਾਇਆ ਤੇ ਕਿਹਾ, ਸੁਨੀਤਾ ਤੁਸੀਂ ਆਪਣੀ ਨੂੰਹ ਨੂੰ ਆਪਣੇ ਘਰ ਲੈ ਜਾਓ, ਸ਼ੋਭਾ ਤੁਹਾਡੇ ਨਾਲ ਰਹੇਗੀ। ਤੇ ਪਾਪਾ ਨੇ ਮੇਰੇ ਹਿੱਸੇ ਦੀ ਜਾਇਦਾਦ ਦੇ ਕਾਗਜ਼ ਮਨੋਜ ਨੂੰ ਦਿੰਦੇ ਹੋਏ ਕਿਹਾ, ਪੁੱਤਰ ਇਸ ਜਾਇਦਾਦ ਦਾ ਮਾਲਕ ਤੂੰ ਆ, ਕਿਉਂਕਿ ਤੂੰ ਸ਼ੋਭਾ ਦਾ ਪਤੀ ਹੈ। ਅੱਜ ਤੋਂ ਬਾਅਦ ਮੈਂ ਚਾਹੁੰਦਾ ਹਾਂ ਕਿ ਦਫ਼ਤਰ ਦਾ ਕੰਮ ਤੂੰ ਸੰਭਾਲੇ। ਇਹ ਗੱਲ ਸੁਣ ਕੇ ਮੇਰੀ ਮਾਂ ਚੌਂਕ ਗਈ। ਉਸ ਦੇ ਮੂੰਹ ਆਪ ਮੁਹਾਰੇ ਨਿਕਲਿਆ, ਇਹ ਕਿਵੇਂ ਹੋ ਸਕਦਾ ਹੈ? ਇਸ ਜਾਇਦਾਦ ਦਾ ਹਿੱਸਾ ਇਸ ਨੌਕਰ ਨੂੰ ਕਿਵੇਂ ਦੇ ਦੇਵਾਂ? ਇਸ ਜਾਇਦਾਦ ਲਈ ਤਾਂ ਮੈਂ ਕਿੰਨੇ ਪਾਪੜ ਵੇਲੇ ਨੇ। ਗੁੱਸੇ ਵਿੱਚ ਸਾਰੀ ਸੱਚਾਈ ਉਸ ਦੇ ਮੂੰਹ ਆਪ ਹੀ ਨਿਕਲ ਗਈ। ਉਸ ਦੀ ਗੱਲ ਸੁਣ ਕੇ ਪਾਪਾ ਨੇ ਇੱਕ ਕੜਾਕ ਕਰਦੀ ਚਪੇੜ ਮੇਰੀ ਮੰਮੀ ਦੇ ਮੂੰਹ 'ਤੇ ਜੜ ਦਿੱਤੀ। ਮੰਮੀ ਰੋਣ ਲੱਗੀ ਤੇ ਪਾਪਾ ਨੇ ਮੇਰਾ ਹੱਥ ਮਨੋਜ ਦੇ ਹੱਥ ਵਿੱਚ ਦਿੰਦੇ ਕਿਹਾ ਕਿ ਪੁੱਤਰ ਅੱਜ ਤੋਂ ਤੁਸੀਂ ਆਪਣੇ ਫਾਰਮ ਹਾਊਸ ਵਿੱਚ ਰਹੋਗੇ ਤੇ ਸਾਰਾ ਬਿਜ਼ਨਸ ਸੰਭਾਲੋਗੇ। ਮੈਂ ਵੀ ਤੁਹਾਡੇ ਨਾਲ ਉਸੇ ਘਰ ਵਿੱਚ ਰਹਾਂਗਾ। ਇਸ ਘਰ ਵਿੱਚ ਅਸੀਂ ਇੱਕ ਪਲ ਵੀ ਨਹੀਂ ਰਹਿ ਸਕਦੇ। ਮੰਮੀ ਪਾਪਾ ਦੇ ਤਰਲੇ ਪਾਉਣ ਲੱਗੀ ਤੇ ਤੁਹਾਡੇ ਬਿਨਾਂ ਮੈਂ ਤੇ ਬੱਚੇ ਕਿੱਧਰ ਜਾਵਾਂਗੇ? ਪਰ ਪਾਪਾ ਨੇ ਕਿਹਾ ਕਿ ਤੈਨੂੰ ਇਹ ਘਰ ਤੇ ਜ਼ਮੀਨ ਦਾ ਅੱਧਾ ਹਿੱਸਾ ਮਿਲ ਜਾਵੇਗਾ। ਪਰ ਮੇਰਾ ਵਿਸ਼ਵਾਸ ਤੋੜਿਆ ਹੈ, ਜਿਸ ਕਰਕੇ ਮੇਰਾ ਵਿਸ਼ਵਾਸ ਤੇ ਪਿਆਰ ਕਦੇ ਵੀ ਜਿੱਤ ਨਹੀਂ ਸਕਦੀ। ਉਸ ਤੋਂ ਬਾਅਦ ਅਸੀਂ ਆਪਣੇ ਫਾਰਮ ਹਾਊਸ ਵਿੱਚ ਆ ਕੇ ਰਹਿਣ ਲੱਗੇ ਤੇ ਮਨੋਜ ਨੇ ਡਾਕਟਰ ਨਾਲ ਗੱਲ ਕਰਕੇ ਮੇਰਾ ਇਲਾਜ ਸ਼ੁਰੂ ਕਰਵਾਇਆ। ਥੋੜ੍ਹੇ ਸਮੇਂ ਵਿੱਚ ਮੇਰਾ ਸਰੀਰ ਪਹਿਲਾਂ ਦੀ ਤਰ੍ਹਾਂ ਹੋਣ ਲੱਗਿਆ ਤੇ ਮੇਰੀ ਤੇ ਮਨੋਜ ਦੀ ਜੋੜੀ ਬਹੁਤ ਸੋਹਣੀ ਲੱਗਦੀ ਸੀ। ਅਸੀਂ ਖੁਸ਼ੀ-ਖੁਸ਼ੀ ਆਪਣੇ ਫਾਰਮ ਹਾਊਸ ਵਿੱਚ ਰਹਿਣ ਲੱਗੇ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਮਿਲਦੇ ਹਾਂ ਜੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖਿਓ।